जिस पास बैठिया सोहिए सबना भावे साहो। सतनाम श्री वाहिगुरु साहिब जी। सोरठा महला नावा। मान रे कौन को मात तैलीनी। परदारा निंदिया रस रच्यो राम भगत नह कीनी। मान रे कौन को मत तैलीनी। परदारा निंदिया रस रच्यो राम भगत नह कीनी। रहाओ मुकत पंथ जान्यो तैनाहना। धन जोरन को ताया अंत संग काहू नहीं दीना। बिरथा आप बंधाया ना हर भजो ना गुर जन सेव्यो। नह उपजो कछ ज्ञाना। कट ही माहि निरंजन तेरा तै खोजत उद्याना। बहुत जन्मा पर मत तै हार्यो। अस्थिर मात नहीं पाई। मानस देह पाए पद हर भज। नानक बात बताई। बहुत जन्म पर मत तै हार्यो। अस्थिर मात नहीं पाई। मानस देह पाए पद हर भज। नानक बात बताई। वाहिगुरु जी का खालसा वाहिगुरु जी की फतेह। जोगो जोगा टल सतगुरु श्री गुरु ग्रंथ साहिब जी महाराज जी की पाक पवित्र पावन हजूरी च सतगुरु नौवें पातशाह श्री गुरु तेग बहादुर साहिब जी महाराज जी दे पावन पवित्र चरण छो प्राप्त इतिहासक स्थान ते एकत्र होई हाजरियां भर रहे गुरु की साजी और नवाजी हुई गुरु का खास रूप गुरु खालसा साध संगत जीओ धनता दे पात्र हो। अमृत वेले तो गुरु चरना च जुड़ के सर्वासा पूर्ण करने वाली श्री आसा जी दी वार दे शब्द कीर्तन सतगुरां दे दरबार दे हजूरी कीर्तनीय संघां पासों आप जी ने अदब सत्कार सहित सरवण कीते हन। उपरंत सतगुरु जी वालों बख्शिश किए गए पावन पवित्र श्री मुखवाक हुक्मनामे की कथा सरवण करन लई गुरु पातशाह दे पवित्र चरना विच आप जी तत्पर हो के सावधान हो के जुड़ बैठे हो। धन गुरु तेग बहादुर साहिब नौवें पातशाह अज दे पावन पवित्र शब्द की दात सानू सारिआं नू बख्शिश कर रहे हैं।
ਰੋਮ ਰੋਮ ਕਰਕੇ ਸਤਿਗੁਰੂ ਨੌਵੇਂ ਪਾਤਸ਼ਾਹ ਦਾ ਸ਼ੁਕਰ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀਓ, ਆਪ ਜੀ ਦਾ ਲੱਖ ਲੱਖ ਸ਼ੁਕਰ ਹੈ ਕਿ ਆਪ ਜੀ ਨੇ ਸਾਡੇ ਤੇ ਤਰਸ ਕੀਤਾ, ਦਇਆ ਕੀਤੀ ਹੈ। ਆਪਣੇ ਪਾਵਨ ਸ਼ਬਦ ਦੁਆਰਾ ਸਾਨੂੰ ਸਾਰਿਆਂ ਨੂੰ ਉਪਦੇਸ਼ ਪ੍ਰਦਾਨ ਕੀਤਾ। ਕਿਰਪਾ ਕਰਿਓ ਆਪ ਜੀ ਦਾ ਬਖਸ਼ਿਸ਼ ਕੀਤਾ ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸੇ। ਆਪ ਜੀ ਦੇ ਪਵਿੱਤਰ ਉਪਦੇਸ਼ ਅਨੁਸਾਰ ਅਸੀਂ ਆਪਣੇ ਜੀਵਨ ਨੂੰ ਢਾਲ ਸਕੀਏ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਰਸਨਾ ਪਵਿੱਤਰ ਕਰੋ। ਆਖੋ ਜੀ ਸਤਿਨਾਮ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਮਨ ਰੇ ਕੌਣ ਕੁਮਤ ਤੈ ਲੀਨੀ। ਸੋਰਠ ਰਾਗ ਵਿੱਚ ਸਤਿਗੁਰੂ ਨੌਵੇਂ ਪਾਤਸ਼ਾਹ ਇਹ ਪਾਵਨ ਪਵਿੱਤਰ ਸ੍ਰੀ ਮੁਖਵਾਕ ਬਖਸ਼ਿਸ਼ ਕਰ ਰਹੇ ਹਨ, ਉਚਾਰਨ ਕਰ ਰਹੇ ਹਨ। ਮਨਮੁਖ ਬੰਦਾ ਹਮੇਸ਼ਾ ਕੁਮਤ ਨੂੰ ਧਾਰਨ ਕਰਕੇ ਰੱਖਦਾ, ਉਹਦੇ ਹਿਰਦੇ 'ਚ ਹਮੇਸ਼ਾ ਕੁਮਤ ਚੱਲਦੀ ਹੈ। ਕੁਮਤ ਕੋਝੀ ਮਤ, ਭੈੜੀ ਮਤ, ਹਮੇਸ਼ਾ ਮਾੜਾ ਸੋਚਣਾ, ਮਾੜਾ ਚਿਤਵਣਾ, ਮਾੜਾ ਕਰਨਾ। ਮਨਮੁਖ ਦੇ ਅੰਦਰ ਹਮੇਸ਼ਾ ਇਦਾਂ ਦੀ ਮਤ ਕੰਮ ਕਰਦੀ ਹੈ। ਮਨਮੁਖਾਂ ਤੋਂ ਉਲਟ ਹਨ ਗੁਰਮੁਖ। ਗੁਰਮੁਖਾਂ ਦੇ ਹਿਰਦਿਆਂ 'ਚ ਹਮੇਸ਼ਾ ਸੁਮਤ ਕੰਮ ਕਰਦੀ, ਭਲਾ ਸੋਚਣਾ, ਭਲਾ ਕਰਨਾ, ਭਲੀਆਂ ਵਿਚਾਰਾਂ ਹਿਰਦੇ 'ਚ ਰੱਖਣੀਆਂ, ਸ੍ਰੇਸ਼ਟ ਮਤ ਨੂੰ ਧਾਰਨ ਕਰਕੇ ਰੱਖਣਾ, ਇਹ ਗੁਰਮੁਖਾਂ ਦਾ ਸੁਭਾਅ ਹੈ। ਮਨਮੁਖ ਕੱਲੀ ਕੁਮਤ ਧਾਰਨ ਕਰਦਾ ਤੇ ਗੁਰਮੁਖ ਕੱਲੀ ਸੁਮਤ ਧਾਰਨ ਕਰਦਾ। ਕੁਝ ਹੁੰਦੇ ਨੇ ਵਿੱਚ ਵਿਚਾਲੇ ਵਾਲੇ ਵੀ ਜਿਨ੍ਹਾਂ ਨੂੰ ਨਾ ਅਸੀਂ ਮਨਮੁਖਾਂ ਦੀ ਕੈਟਾਗਰੀ 'ਚ ਗਿਣ ਸਕਦੇ ਹਾਂ ਤੇ ਨਾ ਹੀ ਗੁਰਮੁਖਾਂ ਦੀ। ਤੁਸੀਂ ਆਖੋਗੇ ਵੀ ਇਹ ਕਿਸ ਤਰ੍ਹਾਂ ਹੋ ਸਕਦਾ ਵੀ ਇਹ ਹੁਣ ਨਾ ਮਨਮੁਖਾਂ ਦੀ ਕੈਟਾਗਰੀ ਵਿੱਚ ਆਉਂਦੇ ਆ ਨਾ ਗੁਰਮੁਖਾਂ ਦੀ ਕੈਟਾਗਰੀ ਵਿੱਚ ਆਉਂਦੇ ਆ। ਕਿੱਥੇ ਰੱਖੇ ਜਾਣਗੇ? ਕੌਣ ਨੇ? ਜਿਨ੍ਹਾਂ ਦੇ ਅੰਦਰ ਕੁਮਤ ਤੇ ਸੁਮਤ ਦੋਵੇਂ ਕੰਮ ਕਰਨ, ਉਹ ਵਿੱਚ ਵਿਚਾਲੇ ਵਾਲੇ ਨੇ। ਨਾ ਮਨਮੁਖਾਂ ਵਾਲੇ ਪਾਸੇ ਨੇ ਨਾ ਗੁਰਮੁਖਾਂ ਵਾਲੇ ਪਾਸੇ। ਵੀ ਕਦੇ ਤਾਂ ਕੁਮਤ ਆ ਜਾਣੀ ਮਾੜਾ ਕਰਨ ਦਾ, ਮਾੜਾ ਖਿਆਲ, ਮਾੜਾ ਫੁਰਨਾ, ਤੇ ਕਦੇ ਚੰਗੀ ਮੱਤ ਆ ਜਾਣੀ ਵੀ ਚਲੋ ਗੁਰਦੁਆਰੇ ਚੱਲੀਏ, ਪਾਠ ਕਰੀਏ, ਬਾਣੀ ਪੜ੍ਹੀਏ। ਤੇ ਕਦੇ ਕੁਮਤ ਆ ਜਾਣੀ ਚਲੋ ਸ਼ਰਾਬ ਦੇ ਠੇਕੇ ਤੇ ਸ਼ਰਾਬ ਪੀਵੀਏ, ਜੂਆ ਖੇਡੀਏ। ਇਹ ਦੋ ਬਿਰਤੀਆਂ ਜਿਨ੍ਹਾਂ ਵਿੱਚ ਨਿਰੰਤਰ ਚੱਲਦੀਆਂ ਨੇ, ਦੋ ਮੱਤਾਂ ਜਿਨ੍ਹਾਂ ਦੇ ਹਿਰਦੇ 'ਚ ਚੱਲਦੀਆਂ ਨੇ, ਉਹ ਨਾ ਮਨਮੁਖਾਂ ਦੀ ਕੈਟਾਗਰੀ 'ਚ ਨਾ ਗੁਰਮੁਖਾਂ ਦੀ। ਔਰ ਜਿਨ੍ਹਾਂ ਅੰਦਰ ਇਹ ਦੋਵੇਂ ਕੰਮ ਕਰਦੀਆਂ ਨੇ ਉਹ ਬੰਦੇ ਕਦੇ ਸੁਖੀ ਨਹੀਂ ਰਹਿੰਦੇ। ਇੱਕ ਵਿਦਵਾਨ ਨੇ ਬੜਾ ਸੋਹਣਾ ਕਥਨ ਲਿਖਿਆ। ਉਹ ਕਹਿੰਦਾ, ਕਬਹੂ ਸੁਮਤ ਪ੍ਰਕਾਸ਼ ਹੋਵੇ ਕਬਹੂ ਕੁਮਤ ਅਧੀਨ, ਬਿਬ ਨਾਰ ਕੇ ਕੰਤ ਜਿਉ ਸਦਾ ਰਹਿ ਵੈ ਦੀਨ। ਵੀ ਕਦੇ ਚੰਗੀ ਮੱਤ ਆ ਜਾਣੀ, ਭਲਾ ਸੋਚਣਾ, ਭਲਾ ਕਰਨਾ, ਸੰਗਤ ਕਰਨ ਦੀ ਬਿਰਤੀ ਪੈਦਾ ਹੋਣੀ, ਤੇ ਕਦੇ ਕੋਝੀ ਮੱਤ ਆ ਜਾਣੀ ਵੀ ਮਾੜੇ ਭੈੜੇ ਕੰਮ ਕਰਨ ਦੇ ਖਿਆਲਾਤ ਪੈਦਾ ਹੋਣੇ ਤੇ ਕਰਨ ਲੱਗ ਪੈਣਾ। ਕਹਿੰਦੇ ਇਹੋ ਜਿਹਾ ਬੰਦਾ ਸਦਾ ਦੁਖੀ ਰਹਿੰਦਾ। ਇਸ ਤਰ੍ਹਾਂ ਦੁਖੀ ਰਹਿੰਦਾ ਜਿਵੇਂ ਇੱਕ ਪਤੀ ਦੀਆਂ ਦੋ ਧਰਮ ਪਤਨੀਆਂ ਉਹਦੇ ਘਰ ਵਿੱਚ ਰਹਿੰਦੀਆਂ ਹੋਣ ਤੇ ਉਸ ਘਰ ਵਿੱਚ ਸੁੱਖ ਨਹੀਂ ਹੁੰਦਾ, ਕਲੇਸ਼ ਹੀ ਕਲੇਸ਼ ਹੁੰਦਾ। ਇਉਂ ਇਸੇ ਤਰ੍ਹਾਂ ਕੁਮਤ ਤੇ ਸੁਮਤ ਦੋਵੇਂ ਕੰਮ ਕਰਨਗੇ ਤਾਂ ਜੀਵ ਦਾ ਹਿਰਦਾ ਦੁਖੀ ਹੋਵੇਗਾ। ਹੁਣ ਜਦੋਂ ਸਾਡਾ ਹਿਰਦਾ ਕੁਮਤ ਨੂੰ ਗ੍ਰਹਿਣ ਕਰੇ ਤਾਂ ਫਿਰ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੀ ਇਹ ਪਾਵਨ ਪੰਕਤੀ ਸਾਡੇ ਮਨ ਨੂੰ ਸੰਬੋਧਨ ਕਰਦਿਆਂ ਕਹਿੰਦੀ ਹੈ, ਇਹ ਸਾਡੇ ਮਨਾਂ ਵਾਸਤੇ ਸੰਬੋਧਨ ਹੈ, ਨਾ ਕਿ ਨੌਵੇਂ ਪਾਤਸ਼ਾਹ ਦੇ ਮਨ ਵਾਸਤੇ। ਮਨ ਸ਼ਬਦ ਜਿਹੜਾ ਸਤਿਗੁਰੂ ਜੀ ਨੇ ਇੱਥੇ ਵਰਤਿਆ, ਇਹ ਸਾਡੇ ਮਨਾਂ ਵਾਸਤੇ ਹੈ।
ਸਤਿਗੁਰਾਂ ਦਾ ਤਾਂ ਮਨ ਗੁਰੂ ਖਾਲਸਾ ਜੀ ਪਰਮੇਸ਼ਵਰ ਰੂਪ ਹੈ, ਜੋਤ ਸਰੂਪ ਹੈ। ਸਾਡੇ ਜਿਹੜੇ ਮਨ ਨੇ, ਸਾਡੇ ਮਨਾਂ ਨੂੰ ਸੰਬੋਧਨ ਕਰਦੇ ਆ, ਕਹਿੰਦੇ ਆਪਣੇ ਮਨ ਨੂੰ ਕਹਿਣਾ, ਹੈ ਮੇਰਿਆ ਮਨਾ ਆ ਕਿਹੜੀ ਕੁਮਤ ਧਾਰਨ ਕਰ ਲਈ ਐ ਤੈਂ, ਕਿਹੜੀ ਕੋਝੀ ਮਤ, ਭੈੜੀ ਮਤ, ਖੋਟੀ ਮਤ ਤੈਂ ਧਾਰਨ ਕਰ ਲਈ ਹੈ। ਮਨ ਰੇ ਕੌਣ ਕੁਮਤ ਤੈਂ ਲੀਨੀ ਆ, ਤੂੰ ਕਿਹਦੀ ਕੋਝੀ ਮਤ ਧਾਰਨ ਕਰ ਲਈ ਹੈ। ਕੌਣ ਦੇ ਗਿਆ ਤੈਨੂੰ ਇਹ ਮਤ? ਇਹ ਖੋਟੀ ਮਤ ਤੈਨੂੰ ਕਿਹਨੇ ਦੇ ਦਿੱਤੀ ਹੈ? ਖੋਟੀ ਮਤ ਦੀ ਨਿਸ਼ਾਨੀ ਕੀ ਹੈ? ਖੋਟੀ ਮਤ ਦੀ ਨਿਸ਼ਾਨੀ ਕੀ ਹੈ? ਅਗਲੀ ਪੰਕਤੀ 'ਚ ਦੱਸਦੇ ਹਨ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਖੋਟੀ ਮਤ ਦੀ ਇਹ ਨਿਸ਼ਾਨੀ ਹੈ ਕਿ ਤੂੰ ਪਰਾਈ ਦਾਰਾ, ਪਰਾਈ ਇਸਤਰੀ ਦੇ ਮੋਹ ਵਿੱਚ, ਉਹਦੀ ਮਮਤਾ ਵਿੱਚ ਲੱਗਾ ਹੈ। ਹਰ ਵੇਲੇ ਤੇਰੇ ਹਿਰਦੇ 'ਚ ਪਰ ਇਸਤਰੀ ਦਾ ਚਿੰਤਨ ਚੱਲਦਾ। ਇਹ ਖੋਟੀ ਮਤ ਦੀ ਨਿਸ਼ਾਨੀ ਹੈ ਕਿ ਆਪਣੀ ਸਤੀ ਇਸਤਰੀ ਦਾ ਤਿਆਗ ਕਰਕੇ, ਪਤਵਰਤਾ ਧਰਮ ਦੇ ਵਿੱਚ ਪ੍ਰਪੱਕ ਇਸਤਰੀ ਦਾ ਤਿਆਗ ਕਰਕੇ ਤੂੰ ਪਰਾਈਆਂ ਇਸਤਰੀਆਂ ਦਾ ਚਿੰਤਨ ਆਪਣੇ ਹਿਰਦੇ 'ਚ ਰੱਖਦਾ। ਇਹ ਤੇਰੀ ਖੋਟੀ ਮਤ ਹੈ। ਪਰਦਾਰਾ ਪਾਤਸ਼ਾਹ ਦੇ ਬਚਨ ਨੇ ਕਿ ਜਿਵੇਂ ਕਿਸੇ ਵਿਸ਼ੈਲੇ ਜ਼ਹਿਰੀਲੇ ਨਾਗ ਦੇ ਕੋਲ ਰਹਿਣਾ, ਐਸਾ ਜ਼ਹਿਰੀਲਾ ਵੀ ਜਿਹਦਾ ਡਸਿਆ ਬੰਦਾ ਪਾਣੀ ਨਾ ਮੰਗੇ, ਇਹੋ ਜਿਹੇ ਵਿਸ਼ੈਲੇ ਤੇ ਜ਼ਹਿਰੀਲੇ ਨਾਗ ਦੇ ਸੱਪ ਦੇ ਕੋਲ ਰਹਿਣਾ ਜਿਤਨਾ ਦੁਖਦਾਈ ਹੈ, ਇਤਨਾ ਹੀ ਦੁਖਦਾਈ ਹੈ ਪਰ ਇਸਤਰੀ ਦਾ ਘਰ। ਜੈਸਾ ਸੰਗ ਬਿਸਿਅਰ ਕਾ ਹੈ ਰੇ, ਤੈਸੋ ਹੀ ਇਹ ਪਰ ਗ੍ਰਹਿ। ਤੇਰੇ ਲਈ ਪਰਾਇਆ ਘਰ, ਪਰਾਈ ਇਸਤਰੀ, ਪਰਾਇਆ ਤਨ, ਪਰਾਇਆ ਧਨ ਇਸ ਤਰ੍ਹਾਂ ਹੈ ਜਿਵੇਂ ਕਿਸੇ ਵਿਸ਼ੈਲੇ ਸੱਪ ਦਾ ਸੰਗ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹੈ ਕਿ ਤੇਰੇ ਮਨ 'ਚ ਕੋਝੀ ਮੱਤ ਹੈ, ਭੈੜੀ ਮੱਤ ਹੈ ਕਿ ਤੂੰ ਪਰਦਾਰਾ ਤੇ ਪਰਾਈ ਨਿੰਦਿਆ। ਪਰਦਾਰਾ ਨਿੰਦਿਆ, ਜਦੋਂ ਨਿੰਦਿਆ ਸ਼ਬਦ ਕਿਹਾ ਤੇ ਉੱਪਰ ਜਿਹੜਾ ਪਰ ਕਹਿ ਕੇ ਆਏ ਨੇ ਉਹ ਪਰ ਨਿੰਦਿਆ ਨਾਲ ਵੀ ਜੁੜਦਾ। ਤੂੰ ਪਰਾਈ ਨਿੰਦਿਆ ਦੇ ਵਿੱਚ, ਉਹਦੇ ਰਸ ਦੇ ਵਿੱਚ ਰਚਿਆ ਹੋਇਆ। ਤੈਨੂੰ ਕਿਸੇ ਦੂਜੇ ਦੀ ਨਿੰਦਾ ਸੁਣਨੀ ਬੜੀ ਚੰਗੀ ਲੱਗਦੀ, ਕਿਸੇ ਪਰਾਏ ਦੀ ਨਿੰਦਾ ਸੁਣਨ ਦੇ ਵਿੱਚ ਤੇਰੇ ਕੰਨ ਹਮੇਸ਼ਾ ਤਤਪਰ ਰਹਿੰਦੇ ਆ, ਕੋਈ ਤਾਂ ਸੁਣਾਵੇ ਨਵੀਂ ਤਾਜੀ। ਪਰਾਈ ਨਿੰਦਿਆ ਦੇ ਰਸ ਦੇ ਵਿੱਚ ਤਾਂ ਰਚਿਆ ਹੋਇਆ। ਨਿੰਦਕ ਜਿਹੜਾ ਨਿੰਦਾ ਕਰਨ ਵਾਲਾ ਹੈ ਉਹ ਆਪਣਾ ਕੱਖ ਨਹੀਂ ਛੱਡਦਾ, ਆਪਣਾ ਆਪ ਸਭ ਕੁਝ ਖਤਮ ਕਰ ਲੈਂਦਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਉਹ ਕਹਿੰਦੇ ਨਿੰਦਾ ਕਰ ਹਰਣਾਕਸ਼ ਵੇਖੋ ਫਲ ਵੱਟੇ, ਲੰਕ ਲੁਟਾਈ ਰਾਵਣ ਮਸਤਕ ਦਸ ਕੱਟੇ। ਹਰਣਾਕਸ਼ ਨੇ ਨਿੰਦਾ ਕਰੀ ਤੇ ਕੀ ਮਿਲਿਆ ਉਹਨੂੰ? ਰਾਵਣ ਨੇ ਨਿੰਦਾ ਕੀਤੀ, ਕੀ ਉਹਨੇ 10 ਸਿਰ ਕਟਾ ਲਏ, 10 ਸਿਰ ਵਢਾ ਲਏ ਨਿੰਦਾ ਕਰਕੇ। ਨਿੰਦਾ ਕੀਤਿਆਂ ਕਿਸੇ ਨੂੰ ਵੀ ਕੁਝ ਹਾਸਲ ਨਹੀਂ ਹੁੰਦਾ। ਨਿੰਦਕ ਆਪਣੀਆਂ ਜੜ੍ਹਾਂ ਆਪਣੇ ਹੱਥੀਂ ਪੁੱਟਦਾ। ਭਾਈ ਸਾਹਿਬ ਫਿਰ ਲਿਖਦੇ, ਤਿਉ ਨਿੰਦਕ ਪਰ ਨਿੰਦਹੂ ਹਠ ਮੂਲ ਨਾ ਕੱਟੈ, ਆਪਣ ਹੱਥੀਂ ਆਪਣੀ ਜੜ ਆਪਿਓ ਪੱਟੈ। ਨਿੰਦਕ ਆਪਣੀ ਜੜ ਆਪਣੇ ਹੱਥੀਂ ਪੁੱਟਦਾ, ਕੋਈ ਦੂਜਾ ਨਹੀਂ ਪੁੱਟਦਾ ਆ ਕੇ। ਤੇ ਜਿਹੜਾ ਨਿੰਦਾ ਸੁਣਦਾ ਉਤਨਾ ਹੀ ਭਾਗੀਦਾਰ ਹੈ ਜਿਤਨਾ ਨਿੰਦਾ ਕਰਨ ਵਾਲਾ ਨਿੰਦਕ। ਸੁਣਨ ਵਾਲਾ ਵੀ ਉਤਨਾ ਹੀ ਹਿੱਸੇਦਾਰ ਹੈ, ਉਹ ਵੀ ਉਤਨਾ ਹੀ ਭਾਗੀਦਾਰ ਹੈ। ਜਦੋਂ ਨਿੰਦਕ ਆਪਣੇ ਹੱਥੀਂ ਆਪਣੀ ਜੜ ਪੁੱਟਣ ਲੱਗਦਾ ਤੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਵੀ ਸੱਦ ਲੈਂਦਾ ਵੀ ਆ ਜਾ ਹੁਣ ਤੇਰੀ ਵੀ ਪੁੱਟੀਏ, ਕਿਉਂਕਿ ਤੂੰ ਵੀ ਸੁਣਦਾ ਰਿਹਾ। ਜੇ ਤੂੰ ਟੋਕ ਦਿੰਦਾ, ਮੈਨੂੰ ਵਰਜ ਦਿੰਦਾ ਵੀ ਨਾ ਭਾਈ ਮੇਰੇ ਸਾਹਮਣੇ ਨਾ ਕਰ ਕਿਸੇ ਦੀ ਨਿੰਦਾ, ਮੈਂ ਨਹੀਂ ਜੇ ਸੁਣਨੀ, ਤੇ ਸ਼ਾਇਦ ਮੈਂ ਵੀ ਬਾਦ ਆ ਜਾਂਦਾ ਤੇ ਤੂੰ ਵੀ ਬਚ ਜਾਂਦਾ। ਹੁਣ ਆਪਾਂ ਦੋਵੇਂ ਹੀ ਭਾਗੀਦਾਰ ਆ। ਗੁਰੂ ਖਾਲਸਾ ਜੀ ਪਰਾਈ ਨਿੰਦਿਆ ਦਾ ਰਸ, ਇਹ ਵੀ ਇੱਕ ਪ੍ਰਕਾਰ ਦਾ ਰਸ ਹੈ।
ਜਦੋਂ ਕਿਸੇ ਦੂਸਰੇ ਦੇ ਸੰਬੰਧ ਵਿੱਚ ਸੁਣਨਾ, ਉਹ ਵੀ ਨਿੰਦਾ, ਉਪਮਾ ਨਹੀਂ। ਉਪਮਾ ਤਾਂ ਅਸੀਂ ਆਪਣੀ ਸੁਣਨੇ ਚਾਹੁੰਦੇ ਆ ਵੀ ਸਾਡੀ ਕੋਈ ਉਪਮਾ ਕਰੇ, ਸਾਡੀ ਕੋਈ ਵਡਿਆਈ ਕਰੇ, ਸਾਡੀ ਕੋਈ ਸਿਫਤ ਕਰੇ। ਸਾਡੇ ਕੰਨਾਂ ਦੀ ਖਾਸੀਅਤ ਹੈ, ਪੁਰਾਣੇ ਸਮਿਆਂ ਵਿੱਚ ਤੇ ਹੁਣ ਵੀ, ਜਿਨ੍ਹਾਂ ਨੂੰ ਕਿਤੇ ਉੱਚਾ ਸੁਣਨ ਲੱਗ ਪਏ ਤੇ ਅਕਸਰ ਪਰਿਵਾਰ ਦੇ ਵਿੱਚ ਲੋਕ ਕਹਿੰਦੇ ਹੁੰਦੇ ਆ ਵੀ ਜਦੋਂ ਇਹਨੇ ਆਪਣੇ ਮਤਲਬ ਦੀ ਗੱਲ ਸੁਣਨੀ ਹੋਵੇ ਤੇ ਝੱਟ ਸੁਣ ਲਈਦਾ, ਜਦੋਂ ਅਸੀਂ ਆਪਣੇ ਮਤਲਬ ਦੀ ਕੋਈ ਗੱਲ ਕਰਨੀ ਹੋਵੇ ਤੇ ਫਿਰ ਕਹਿੰਦੇ ਜੀ ਮੈਨੂੰ ਉੱਚਾ ਸੁਣਦਾ, ਦੁਬਾਰਾ ਬੋਲੋ। ਕਿਉਂਕਿ ਅਕਸਰ ਇੱਕ ਉਮਰ ਦੇ ਪੜਾਅ ਵਿੱਚ ਐਸੀ ਕੰਨਾਂ ਦੀ ਸਥਿਤੀ ਬਣ ਜਾਂਦੀ ਹੈ ਕਿ ਇਕਾਗਰਤਾ ਘਟ ਜਾਂਦੀ ਹੈ। ਕਈ ਵਾਰ ਇਕਾਗਰ ਹੋਈ ਹੋਵੇ ਸੁਰਤ, ਧੀਮੀ ਆਵਾਜ਼ ਵਿੱਚ ਵੀ ਬਜ਼ੁਰਗ ਨੂੰ ਸੁਣ ਜਾਂਦਾ। ਇਕਾਗਰ ਨਾ ਹੋਈ ਹੋਵੇ ਤੇ ਉਹਨੂੰ ਬਾਰ-ਬਾਰ ਸੁਣ ਕੇ ਵੀ ਸੁਣਨਾ ਔਖਾ ਹੁੰਦਾ ਹੈ। ਸਾਡੇ ਕੰਨ ਤਕਰੀਬਨ ਇਸੇ ਤਰ੍ਹਾਂ ਦੇ ਨੇ, ਕਦੇ-ਕਦੇ ਬੋਲੇ ਹੋ ਜਾਂਦੇ ਆ ਤੇ ਕਦੇ-ਕਦੇ ਸੁਣਦੇ ਆ। ਬੋਲੇ ਉਦੋਂ ਹੋ ਜਾਂਦੇ ਆ ਜਦੋਂ ਕਿਸੇ ਨੇ ਕੋਈ ਮਤ ਦੀ ਗੱਲ ਕਹਿਣੀ ਹੋਵੇ, ਅਕਲ ਦੀ ਗੱਲ ਕਹਿਣੀ ਹੋਵੇ, ਕਿਸੇ ਨੇ ਇਹਦਾ ਔਗਣ ਦੱਸਣਾ ਹੋਵੇ, ਕੋਈ ਖਾਮੀ ਦੱਸਣੀ ਹੋਵੇ, ਉਦੋਂ ਇਹਦੇ ਕੰਨ ਬੋਲੇ ਹੋ ਜਾਂਦੇ ਆ। ਤੇ ਜਦੋਂ ਸੁਣਨੀ ਹੋਵੇ ਕਿਸੇ ਦੀ ਨਿੰਦਾ, ਜਦੋਂ ਸੁਣਨੀ ਹੋਵੇ ਕਿਸੇ ਦੀ ਵਡਿਆਈ, ਕਿਸੇ ਦੀ ਉਸਤਤ, ਆਪਣੀ ਉਸਤਤ ਤੇ ਦੂਸਰੇ ਦੀ ਨਿੰਦਾ, ਉਦੋਂ ਇਹਨੂੰ ਝੱਟ ਸੁਣਨ ਲੱਗ ਪੈਂਦਾ। ਇਹ ਸਾਡੇ ਸਾਰਿਆਂ ਦੇ ਕੰਨਾਂ ਦੀ ਸਮੱਸਿਆ ਹੈ। ਅਸੀਂ ਆਪਣੀ ਨਿੰਦਾ ਨਹੀਂ ਸੁਣ ਸਕਦੇ, ਉਦੋਂ ਬੋਲੇ ਆ। ਦੂਜੇ ਦੀ ਨਿੰਦਾ ਸੁਣਨੀ ਹੋਵੇ ਉਦੋਂ ਝੱਟ ਕੰਧ ਦੇ ਪਰਲੇ ਪਾਸੇ ਵੀ ਗੱਲ ਹੁੰਦੀ ਹੋਵੇ ਤੇ ਸਾਨੂੰ ਸੁਣਾਈ ਦੇ ਦਿੰਦਾ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਆ ਵੀ ਇਹ ਜਿਹੜੀ ਪਰਾਈ ਨਿੰਦਿਆ ਦਾ ਰਸ ਹੈ ਨਾ, ਇਹਦੇ ਚ ਤੂੰ ਰਚਿਆ ਹੋਇਆ। ਰਾਮ ਭਗਤ ਨਹਿ ਕੀਨੀ, ਤੂੰ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ, ਰਮੇ ਹੋਏ ਪਰਮੇਸ਼ਰ ਦੀ ਭਗਤੀ ਦੇ ਰੰਗ ਵਿੱਚ ਆਪਣੇ ਆਪ ਨੂੰ ਨਹੀਂ ਰੰਗਿਆ। ਇਹ ਤੇਰੀ ਖੋਟੀ ਮਤ ਦੀ ਨਿਸ਼ਾਨੀ ਹੈ। ਇਹ ਕੁਮਤ ਤੈਂ ਲਈ ਹੋਈ ਹੈ ਮਨਾ, ਤੇਰੀ ਖੋਟੀ ਮਤ ਦੀਆਂ ਨਿਸ਼ਾਨੀਆਂ ਨੇ ਕਿ ਪਰਦਾਰਾ ਤੇ ਪਰਾਈ ਨਿੰਦਿਆ ਦੇ ਰਸ ਵਿੱਚ ਤੈਂ ਰਚਿਆ ਹੋਇਆ, ਔਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਤੂੰ ਨਹੀਂ ਕੀਤੀ, ਉਸ ਪਾਸੇ ਤੂੰ ਨਹੀਂ ਲੱਗਦਾ। ਜਿਹੜਾ ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ, ਉਹਨੂੰ ਛੱਡ ਕੇ, ਉਹਦੀ ਭਗਤੀ ਛੱਡ ਕੇ ਤੂੰ ਇਹੋ ਜਿਹੇ ਉਲਝੇਵਿਆਂ 'ਚ ਉਲਝਿਆ ਹੋਇਆ। ਰਹਾਉ ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕਉ ਤਾਇਆ। ਜਿਹੜਾ ਮੁਕਤੀ ਦਾ ਪੰਥ ਹੈ, ਮੁਕਤੀ ਦਾ, ਉਹਨੂੰ ਤੂੰ ਜਾਣਿਆ ਨਹੀਂ। ਮੁਕਤ ਪੰਥ ਜਾਣਿਓ ਤੈ ਨਾਹਨ, ਮੁਕਤੀ ਦਾ ਰਾਹ ਨਹੀਂ ਜਾਣਿਆ ਤੇ ਹਮੇਸ਼ਾ ਤੇਰੀ ਦੌੜ ਲੱਗੀ ਹੋਈ ਆ ਧਨ ਜੋੜਨ ਵਾਸਤੇ। ਧਨ ਜੋਰਨ ਕੋ ਧਾਇਆ, ਧਨ ਜੋੜਨ ਵਾਸਤੇ ਭੱਜਿਆ ਹੀ ਫਿਰਦਾ, ਦੌੜਿਆ ਹੀ ਫਿਰਦਾ, ਨਾ ਦਿਨੇ ਚੈਨ ਨਾ ਰਾਤ ਚੈਨ। ਤੇਰੇ ਨਾਲੋਂ ਤਾਂ ਜਾਨਵਰ ਚੰਗੇ ਨੇ, ਘੱਟੋ ਘੱਟ ਰਾਤ ਨੂੰ ਟਿਕ ਤਾਂ ਜਾਂਦੇ ਆ। ਤੂੰ ਤਾਂ ਦਿਨ ਰਾਤ ਕੇਵਲ ਧਨ ਜੋੜਨ ਵਾਸਤੇ ਹੀ ਭੱਜਿਆ ਫਿਰਦਾ, ਮੁਕਤੀ ਦੇ ਰਾਹ ਨੂੰ ਨਹੀਂ ਜਾਣਦਾ। ਮੁਕਤੀ ਦਾ ਰਸਤਾ ਵੀ ਕੁਝ ਸਮਾਂ ਸੰਗਤ ਵਿੱਚ ਆਉਣਾ ਹੈ, ਮੁਕਤੀ ਦਾ ਮਾਰਗ ਹੈ। ਕੁਝ ਸਮਾਂ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਨੇ, ਕਥਾ ਸੁਣਨੀ, ਕੀਰਤਨ ਸੁਣਨਾ, ਬਾਣੀ ਪੜ੍ਹਨੀ, ਸਿਮਰਨ ਭਜਨ ਕਰਨਾ, ਇਹ ਮੁਕਤੀ ਦਾ ਰਾਹ ਸੀ, ਇਹਨੂੰ ਨਹੀਂ ਤੂੰ ਜਾਣਿਆ। ਔਰ ਹਮੇਸ਼ਾ ਧਨ ਜੋੜਨ ਵਾਲੇ ਪਾਸੇ ਹੀ ਤੇਰੀ ਸੁਰਤ ਦੌੜਦੀ ਹੈ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਸਤਿਗੁਰੂ ਨੌਵੇਂ ਪਾਤਸ਼ਾਹ ਸਾਡੇ ਹਿਰਦਿਆਂ 'ਚ ਉਪਰਾਮਤਾ ਲਿਆਉਂਦੇ ਆ, ਵਿਰਾਗ ਲਿਆਉਂਦੇ ਆ। ਮਹਾਰਾਜ ਜੀ ਕਹਿੰਦੇ ਜੋ ਤੂੰ ਸਾਰੀ ਜ਼ਿੰਦਗੀ 'ਚ ਜੋੜਿਆ, ਇਕੱਠਾ ਕੀਤਾ, ਅੰਤ ਵੇਲੇ ਇਹਨਾਂ ਵਿੱਚੋਂ ਕੁਝ ਵੀ ਕਿਸੇ ਨੇ ਤੇਰੇ ਨਾਲ ਨਹੀਂ ਜੇ ਟੋਰਨਾ। ਕਿਸੇ ਨੇ ਕੁਝ ਨਾਲ ਨਹੀਂ ਟੋਰਨਾ ਵੀ ਇਹਨੇ ਸਾਰੀ ਜ਼ਿੰਦਗੀ ਇਹ ਧਨ ਇਕੱਠਾ ਕੀਤਾ,
ਇਹ ਸੋਨੇ ਦਾ ਇਹਨੇ ਆਪਣੇ ਲਈ ਕੈਂਠਾ ਬਣਾਇਆ ਸੀ, ਕੜਾ ਬਣਾਇਆ ਸੀ ਵੀ ਚਲੋ ਇਹਦੇ ਹੱਥ 'ਚ ਪਾ ਦਿਓ, ਨਾਲ ਕਰ ਦਿਓ ਕੀਰਤਪੁਰ ਸਾਹਿਬ ਜਲ ਦੇ ਵਿੱਚ ਪ੍ਰਵਾਹ ਇਹਦੀਆਂ ਹੱਡੀਆਂ ਨਾਲ, ਇਹਦੇ ਫੁੱਲਾਂ ਨਾਲ, ਅੰਗੀਠੇ ਨਾਲ। ਕੋਈ ਨਹੀਂ ਦਿੰਦਾ ਜੇ। ਜੋ ਮਰਜ਼ੀ ਤਾਂ ਜੋੜਿਆ ਸਾਰੀ ਜ਼ਿੰਦਗੀ 'ਚ, ਕਿਸੇ ਨੇ ਕੱਖ ਨਹੀਂ ਜੇ ਟੋਰਨਾ। ਨਾਲ ਜਾਣਾ ਸੀ ਤੇਰੇ ਕੀਤਾ ਹੋਇਆ ਭਜਨ, ਨਾਲ ਜਾਣਾ ਸੀ ਤੇਰੀ ਕੀਤੀ ਹੋਈ ਸੇਵਾ, ਉਹ ਤਾਂ ਕੀਤੀ ਨਹੀਂ। ਉਸ ਪਾਸੇ ਤਾਂ ਕਦੇ ਧਿਆਨ ਨਹੀਂ ਦਿੱਤਾ ਤੇ ਦਿਨ ਰਾਤ ਕੇਵਲ ਧਨ ਜੋੜਨ ਨੂੰ ਭੱਜਿਆ ਰਿਹਾ। ਅਸਲ ਧਨ ਤੂੰ ਜੋੜ ਹੀ ਨਹੀਂ ਸਕਿਆ। ਜਿਹੜਾ ਸੱਚਾ ਧਨ ਸੀ ਉਸ ਪਾਸੇ ਤਾਂ ਬਿਰਤੀ ਲਾ ਹੀ ਨਹੀਂ ਸਕਿਆ। ਕਾਚਾ ਧਨ ਸੰਚਹਿ ਮੂਰਖ ਗਾਵਾਰ, ਬਸ ਉੱਥੇ ਹੀ ਲੱਗਾ ਰਿਹਾ, ਉੱਥੇ ਹੀ ਆਪਣੀ ਸੁਰਤ ਜੋੜੀ ਰੱਖੀ। ਹਾਂਜੀ। ਨਾ ਹਰ ਭਜਿਓ ਨਾ ਗੁਰ ਜਨ ਸੇਵਿਓ, ਨਹਿ ਉਪਜਿਓ ਕਛ ਗਿਆਨਾ। ਨਾ ਹਰੀ ਦਾ ਭਜਨ ਕੀਤਾ, ਨਾ ਹਰ ਭਜਿਓ, ਨਾ ਗੁਰੂ ਜਨਾਂ ਦੀ ਸੇਵਾ ਕੀਤੀ। ਨਾ ਹਰੀ ਦਾ ਰੱਬ ਦਾ ਭਜਨ ਕੀਤਾ ਤੇ ਨਾ ਹੀ ਗੁਰੂ ਦੀ ਸੇਵਾ ਕੀਤੀ। ਇਸੇ ਕਰਕੇ ਹਿਰਦੇ 'ਚ ਨਾ ਹੀ ਕੁਝ ਗਿਆਨ ਉਪਜਿਆ। ਜੇ ਗੁਰੂ ਦੀ ਸੇਵਾ ਕੀਤੀ ਹੁੰਦੀ, ਹਰੀ ਦਾ ਭਜਨ ਕੀਤਾ ਹੁੰਦਾ ਤੇ ਹਿਰਦੇ 'ਚ ਕੋਈ ਗਿਆਨ ਉਪਜਦਾ? ਕਹਿੰਦੇ ਇਹ ਕੰਮ ਤਾਂ ਕੀਤਾ ਹੀ ਨਹੀਂ, ਤਾਂ ਨਾ ਭਜਨ ਕੀਤਾ ਤੇ ਨਾ ਹੀ ਗੁਰੂ ਦੀ ਸੇਵਾ ਕੀਤੀ ਹੈ। ਨਹਿ ਉਪਜਿਓ ਕਛ ਗਿਆਨਾ, ਕੋਈ ਗਿਆਨ ਦੀ ਰੰਚਕ ਭਰ ਵੀ ਕਣੀ ਤੇਰੇ ਹਿਰਦੇ 'ਚ ਨਹੀਂ ਉਪਜੀ। ਕਾਟੇ ਮਾਹਿ ਨਿਰੰਜਨ ਤੇਰਾ, ਤੈ ਖੋਜਤ ਉਦਿਆਨਾ। ਪਾਤਸ਼ਾਹ ਕਹਿੰਦੇ ਉਹ ਨਿਰੰਜਨ ਅਕਾਲ ਪੁਰਖ ਵਾਹਿਗੁਰੂ ਤੇਰੇ ਹਿਰਦੇ ਰੂਪੀ ਘਟ ਵਿੱਚ ਹੀ ਵਸਦਾ ਸੀ। ਤੂੰ ਉਹਨੂੰ ਆਪਣੇ ਅੰਦਰ ਵੇਖਣ ਦੀ ਬਜਾਏ ਬਾਹਰ ਜੰਗਲਾਂ 'ਚ ਲੱਭਦਾ ਫਿਰਿਆ, ਉਜਾੜਾਂ ਵਿੱਚ ਲੱਭਦਾ ਫਿਰਿਆ। ਕਹਿੰਦੇ ਇਹੀ ਭਰਮ ਸੀ ਤੇਰੇ ਹਿਰਦੇ 'ਚ, ਉਹ ਤਾਂ ਤੇਰੇ ਘਟ ਵਿੱਚ ਹੀ ਵਸਦਾ ਸੀ। ਕਾਹੇ ਰੇ ਬਨ ਖੋਜਨ ਜਾਈ, ਤੂੰ ਬਾਹਰ ਜੰਗਲ 'ਚ ਕੀ ਲੱਭਣ ਜਾਂਦਾ? ਪਾਤਸ਼ਾਹ ਕਹਿੰਦੇ ਉਹ ਤਾਂ ਤੇਰੇ ਹਿਰਦੇ 'ਚ ਹੀ ਵਸਦਾ ਸੀ, ਉਹਨੂੰ ਤੂੰ ਜਾਣਿਆ ਹੀ ਨਹੀਂ। ਘਟ ਹੀ ਮਾਹੇ ਨਿਰੰਜਨ ਤੇਰਾ, ਤੈ ਖੋਜਤ ਉਦਿਆਨਾ। ਤੂੰ ਉਦਿਆਨਾ ਵਿੱਚ, ਜੰਗਲਾਂ ਵਿੱਚ, ਉਜਾੜਾਂ ਵਿੱਚ ਲੱਭਦਾ ਫਿਰਦਾ, ਭਾਲਦਾ ਫਿਰਦਾ। ਬਹੁਤ ਜਨਮ ਪਰਮਤ ਤੈ ਹਾਰਿਓ, ਆਸਥਿਰ ਮਾਤ ਨਹੀਂ ਪਾਏ। ਬੇਨਤੀ ਕਰ ਮਾਲਕ ਦੇ ਚਰਨਾਂ 'ਚ, ਹੇ ਵਾਹਿਗੁਰੂ ਬਹੁਤ ਜਨਮ ਭਰਮਦਿਆਂ ਮੈਂ ਬਤੀਤ ਕੀਤੇ ਨੇ, ਹੁਣ ਹਾਰ ਗਿਆ। ਮੈਨੂੰ ਕਿਤੇ ਇੱਕ ਮੱਤ ਨਹੀਂ ਮਿਲੀ, ਮੈਂ ਹਮੇਸ਼ਾ ਕਦੇ ਕੁਮੱਤ ਕਦੇ ਸੁਮੱਤ ਇਹਨਾਂ ਦੇ ਅਧੀਨ ਰਿਹਾ। ਸਥਿਰ ਰਹਿਣ ਵਾਲੀ ਜਿਹੜੀ ਮੱਤ ਸੀ ਵੀ ਜਿਹੜੀ ਸਦਾ ਇੱਕੋ ਜੀ ਰਹੇ, ਉਹ ਮੱਤ ਮੈਨੂੰ ਨਾ ਮਿਲੀ, ਜਿਸ ਕਰਕੇ ਮੈਂ ਕਈ ਜਨਮ ਭਰਮਦਿਆਂ ਕੱਟ ਦਿੱਤੇ ਨੇ, ਬਤੀਤ ਕਰ ਦਿੱਤੇ ਨੇ। ਇੱਕ ਜਨਮ ਨਹੀਂ, ਕਈ ਜਨਮ, ਬਹੁਤ ਜਨਮ। ਭਰਮਦਿਆਂ ਹੀ ਹਾਰ ਗਿਆ। ਹੁਣ ਮੈਂ ਥੱਕ ਗਿਆ ਮੇਰਿਆ ਮਾਲਕਾ, ਥੱਕ ਆਇਓ ਪ੍ਰਭ ਕੀ ਸਾਮ। ਹੁਣ ਮੈਂ ਥੱਕ ਕੇ ਤੁਹਾਡੀ ਸ਼ਰਨ 'ਚ ਆ ਗਿਆ। ਮੈਨੂੰ ਕਿਤੇ ਟਿਕ ਜਾਣ ਵਾਲੀ ਅਸਥਿਰ ਮਤ ਦੀ ਪ੍ਰਾਪਤੀ ਨਹੀਂ ਹੋਈ। ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਆ, ਮੈਂ ਸਾਰੀਆਂ ਗੱਲਾਂ ਦੀ ਇੱਕੋ ਗੱਲ ਦੱਸ ਦਿਆਂ ਤੁਹਾਨੂੰ। ਸਾਰੀਆਂ ਗੱਲਾਂ ਦੀ ਇੱਕੋ ਗੱਲ ਆਪਾਂ ਕਹਿ ਦਿੰਦੇ ਆ ਵੀ ਸਾਰੀਆਂ ਗੱਲਾਂ ਦੀ ਇੱਕ ਗੱਲ ਬਈ ਆ ਹੈ। ਪਾਤਸ਼ਾਹ ਕਹਿੰਦੇ ਨਾ ਸਾਰੀਆਂ ਗੱਲਾਂ ਦੀ ਇੱਕ ਗੱਲ ਤੈਨੂੰ ਦੱਸ ਦਿੰਨੇ ਆ ਕਿ ਤੈਨੂੰ ਇਹ ਮਾਨਸ ਦੇਹ ਦੀ ਪ੍ਰਾਪਤੀ ਹੋਈ ਹੈ। ਇਹਨੂੰ ਪ੍ਰਾਪਤ ਕਰਕੇ ਤੂੰ ਪਰਮੇਸ਼ਰ ਦਾ ਭਜਨ ਕਰ। ਮਾਨਸ ਦੇਹ ਪਾਏ ਪਦ ਹਰ ਭਜ, ਤੈਨੂੰ ਇਹ ਮਾਨਸ ਦੇਹ ਦੀ ਪਦਵੀ ਮਿਲੀ ਹੈ ਤਾਂ ਇਹਨੂੰ ਪ੍ਰਾਪਤ ਕਰਕੇ ਤੂੰ ਪਰਮੇਸ਼ਰ ਦਾ ਭਜਨ ਕਰ। ਪਾਤਸ਼ਾਹ ਕਹਿੰਦੇ ਸਾਰੀਆਂ ਗੱਲਾਂ ਦੀ ਇੱਕੋ ਗੱਲ ਹੈ, ਟਿਕਾਣੇ ਦੀ, ਪਤੇ ਦੀ ਗੱਲ, ਸਿਰੇ ਦੀ ਗੱਲ। ਇਹ ਸਿਰੇ ਦੀ ਬਾਤ ਹੈ।
ਉਰੇ ਤੇਰੇ ਭਲੇ ਦੀ ਬਾਤ ਹੈ, ਤੇਰੇ ਕਲਿਆਣ ਦੀ ਬਾਤ ਹੈ ਕਿ ਤੈਨੂੰ ਇਹ ਮਨੁੱਖੀ ਜਾਮਾ ਮਿਲਿਆ ਤਾਂ ਇਸ ਮਨੁੱਖੀ ਜਾਮੇ ਨੂੰ ਹਾਸਲ ਕਰਕੇ ਤੂੰ ਪਰਮੇਸ਼ਰ ਦਾ ਭਜਨ ਕਰ, ਅਕਾਲ ਪੁਰਖ ਦੀ ਬੰਦਗੀ ਕਰ, ਤਾਂ ਜੋ ਤੇਰੀ ਇਹ ਮਾਨਸ ਦੇਹ ਸਫਲ ਹੋ ਜਾਏ। ਇਹ 9ਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ ਅੱਜ ਦਾ।